ਜਾਖੜ ਸਾਹਿਬ ਦੀ ਗੱਲ ਕਰਦੇ ਹਾਂ। ਬੀਤੇ ਕੱਲ ਆਪਾਂ ਚਰਚਾ ਕੀਤੀ ਸੀ ਕਿ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਕਿ ਸਾਡੀ ਪਾਰਟੀ ਦੇ ਵਿੱਚ ਰਵਾਇਤ ਨਹੀਂ ਅਸਤੀਫੇ ਦੇਣ ਲੈਣ ਦੀ। ਹਾਈ ਕਮਾਂਡ ਤੈਅ ਕਰਦੀ ਹੈ, ਪਾਰਟੀ ਦਾ ਇੱਕ ਸੰਵਿਧਾਨ ਹੈ, ਉਹ ਕਹਿੰਦੇ ਹੁੰਦੇ ਆ, ਉਹਦੇ ਅਨੁਸਾਰ ਕੰਮ ਚੱਲਦਾ। ਮੈਂ ਕੋਈ ਅਸਤੀਫਾ ਨਹੀਂ ਦਿੱਤਾ, ਮੈਂ ਕੰਮ ਕਰ ਰਿਹਾ। ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਰਾਤੀ ਉਹਨਾਂ ਨੇ ਸਮਾਨ ਥੋੜ੍ਹਾ ਜਿਹਾ ਸਮੇਟਿਆ ਦਫ਼ਤਰ ਪਾਰਟੀ ਦੇ ਵਿੱਚੋਂ। ਚਲੋ, ਭਾਰਤੀ ਜਨਤਾ ਪਾਰਟੀ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦਾ ਆਪਾਂ ਜ਼ਿਕਰ ਕੀਤਾ ਸੀ ਕਿ 5.5 ਘੰਟੇ ਲਗਾਤਾਰ ਉਹ ਬੈਠਕ ਚੱਲੀ ਹੈ। ਬੀਜੇਪੀ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਉਹ ਚੋਣਾਂ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਸੀ ਕਿ ਦੋਨਾਂ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ। ਦੋਨਾਂ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਰੀ ਤੇ ਦੋਨਾਂ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ। ਉਹ ਇਸ ਗੱਲੋਂ ਚਿੰਤਤ ਸੀ ਥੋੜੇ ਕਿ ਭਾਈ ਇਦਾਂ ਹੋਣਾ ਨਹੀਂ ਸੀ ਚਾਹੀਦਾ, ਹੋ ਗਿਆ, ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ, ਜਾਵਾਂਗੇ ਕਿੱਧਰ ਨੂੰ, ਇਹ ਘਾਟੇ ਪੂਰੇ ਕਰਨੇ ਆ। ਉਹਨਾਂ ਨੇ 4-5 ਘੰਟੇ ਆਪਣੀ ਗੱਲਬਾਤ ਕੀਤੀ ਆਪਸ ਵਿੱਚ। ਅਮਿਤ ਸ਼ਾਹ ਸਾਹਿਬ ਬੈਠੇ, ਜੇਪੀ ਨੱਡਾ ਸਾਹਿਬ ਬੈਠੇ, ਰਾਜਨਾਥ ਸਿੰਘ ਹੋਰੀ ਬੈਠੇ, ਗਡਕਰੀ ਸਾਹਿਬ, ਸਾਰੇ ਸਿਰ ਜੋੜਿਆ। ਉਹਦੇ ਵਿੱਚੋਂ ਫਿਰ ਜੋ ਫੈਸਲਾ ਹੋਇਆ ਸੀ ਤਾਂ ਉਹਨੇ ਇੰਪਲੀਮੈਂਟ ਹੋਣਾ ਸੀ। ਹੁਣ ਸੰਧਾਲੀਆ ਸਾਹਿਬ ਝਾਰਖੰਡ ਦਾ ਬੀਜੇਪੀ ਦਾ ਪ੍ਰਧਾਨ ਬਦਲਤਾ, ਤੇਲੰਗਾਨਾ ਦਾ ਬੀਜੇਪੀ ਦਾ ਪ੍ਰਧਾਨ ਬਦਲਤਾ, ਮੇਰੇ ਖਿਆਲ ਆਂਧਰ ਦਾ ਵੀ ਬਦਲਤਾ, ਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵੀ ਨਵੇਂ ਪ੍ਰਧਾਨ ਦਾ ਐਲਾਨ ਹੋ ਗਿਆ। ਤੇ 1 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਸਾਹਿਬ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਮਿਲ ਗਈ। ਹੋ ਸਕਦਾ ਕਿਸੇ ਨੂੰ ਲੱਗੇ ਤਾਂ ਕੀ ਹੋਇਆ, ਕੈਪਟਨ ਸਾਹਿਬ ਵੀ ਤਾਂ ਅਕਾਲੀਆਂ ਦੇ ਵਿੱਚੋਂ ਗਏ ਸੀ, ਕਾਂਗਰਸ ਦੇ ਵਿੱਚ ਉਹਨਾਂ ਨੂੰ ਵੀ ਪ੍ਰਧਾਨਗੀ ਦਿੱਤੀ ਸੀ। ਕੋਈ ਬੰਦਾ ਕੁਝ ਵੀ ਆਖ ਸਕਦਾ, ਪਰ ਜਾਖੜ ਸਾਹਿਬ ਦਾ ਬੀਜੇਪੀ ਦਾ ਪ੍ਰਧਾਨ ਬਣਨਾ ਇਹ ਜੱਗੋਂ 13ਵੀਂ ਗੱਲ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਸਿਆਸੀ ਪਾਰਟੀ ਹੈ, ਮੈਂ ਨਹੀਂ ਕਹਿੰਦਾ ਉਹ ਚੰਗੀ ਹੈ ਉਹ ਮਾੜੀ ਹੈ, ਮੈਂ ਉਹਨਾਂ ਦੀ ਪਾਰਟੀ ਦੇ ਪੱਖ ਤੋਂ ਗੱਲ ਕਰ ਰਿਹਾ। ਜਿਹੜੇ ਸਰਕਾਰਾਂ ਨੂੰ ਇੰਨਾ ਨਹੀਂ ਗੌਲਦੇ ਕਿ ਸਾਡੀ ਸਰਕਾਰ ਕਿੱਥੇ ਹੈ, ਉਹ ਆਪਣੇ ਸੰਗਠਨ ਨੂੰ ਗੌਲਦੇ ਆ ਕਿ ਸਾਡੀ ਪਾਰਟੀ ਕਿੱਦਾਂ ਮਜ਼ਬੂਤ ਹੋਊਗੀ, ਸਾਡੀ ਪਾਰਟੀ ਦੇ ਮੈਂਬਰ ਕੀ ਕਹਿੰਦੇ ਆ, ਸਾਡੀ ਪਾਰਟੀ ਦੇ ਬਲਾਕ ਪ੍ਰਧਾਨ ਕੀ ਕਹਿੰਦੇ ਆ। ਉਹਨਾਂ ਨੇ ਗੱਡੀਆਂ ਦੇ ਉੱਤੇ ਲਿਖਿਆ ਹੁੰਦਾ ਮਹਾਸਚਿਵ, ਪਲੇਟ ਲੱਗੀ ਹੁੰਦੀ ਵੱਡੀ ਸਾਰੀ। ਜਾਣੀ ਪਾਰਟੀ ਦੇ ਵਿੱਚ ਜਿਹੜਾ ਅਹੁਦਾ ਨਾ ਉਹਦੀ ਵਕਤ ਵੱਧ ਹੁੰਦੀ ਹੈ। ਹੁਣ ਹੁੰਦਾ ਕੀ ਹੈ, ਮੈਨੂੰ ਲੱਗਦਾ ਕਿ ਜਾਖੜ ਸਾਹਿਬ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਜਨਮ ਤੋਂ ਲੈ ਕੇ ਹੁਣ ਤੱਕ, ਸਾਰੇ ਦੇਸ਼ ਦੀ ਗੱਲ ਕਰ ਰਹੇ ਹਾਂ, ਇਕੱਲੇ ਪੰਜਾਬ ਦੀ ਨਹੀਂ, ਉਹ ਪਹਿਲੇ ਐਸੇ ਲੀਡਰ ਨੇ ਜਿਹੜੇ ਕਿਸੇ ਸੂਬੇ ਦੇ ਵਿੱਚ ਪਾਰਟੀ ਦੇ 1 ਸਾਲ ਦੇ ਤਜਰਬੇ ਦੇ ਅੰਦਰ ਸੂਬਾ ਪ੍ਰਧਾਨ ਬਣ ਗਏ ਆ। ਨਹੀਂ ਤਾਂ 30 ਸਾਲ ਦਰੀਆਂ ਝਾੜਦਿਆਂ ਨੂੰ ਹੋ ਗਏ ਲੋਕਾਂ ਨੂੰ। ਭਾਰਤੀ ਜਨਤਾ ਪਾਰਟੀ ਅਨੁਸ਼ਾਸਿਤ ਪਾਰਟੀ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਕਿ ਇੱਥੇ ਖੱਟਰ ਸਾਹਿਬ ਕਿਉਂਕਿ ਕੰਮ ਬਹੁਤ ਲੰਬਾ ਸਮਾਂ ਕੀਤਾ ਸੀ, ਚੁੱਪ ਕਰਕੇ ਮੁੱਖ ਮੰਤਰੀ ਬਣਾ ਦਿੱਤੇ ਗਏ ਕਿ ਉਹਨਾਂ ਨੇ ਕੰਮ ਕੀਤਾ ਸੀ, ਨਹੀਂ ਤਾਂ ਕਿਹਨੂੰ ਖੱਟਰ ਸਾਹਿਬ ਦਾ ਨਾਂ ਪਤਾ ਸੀ। ਪਰ ਜਾਖੜ ਸਾਹਿਬ ਦੇ ਉੱਤੇ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਗੁਣਾ ਪਾਇਆ, ਆਪਾਂ ਬੀਤੇ ਦਿਨਾਂ 'ਚ ਕਹਿੰਦੇ ਸੀ ਕਿ 13 ਸੀਟਾਂ ਨੇ, 6 ਵੱਡੇ ਲੀਡਰਾਂ ਦੀ ਕੇਂਦਰ ਤੋਂ ਪੰਜਾਬ 'ਚ ਡਿਊਟੀ ਲੱਗੀ ਹੈ, ਐਵੇਂ ਨਹੀਂ ਲੱਗੀ। ਹੁਣ ਜਾਖੜ ਸਾਹਿਬ ਨੂੰ ਬਣਾ ਲਿਆ। ਵਿਰੋਧੀ ਧਿਰ ਦੇ ਨੇਤਾ ਦਾ ਤਜਰਬਾ ਉਹਨਾਂ ਦੇ ਕੋਲ, ਮੈਂਬਰ ਪਾਰਲੀਮੈਂਟ ਦਾ ਤਜਰਬਾ ਉਹਨਾਂ ਦੇ ਕੋਲ, 3 ਵਾਰ ਦੇ ਵਿਧਾਇਕ ਦਾ ਤਜਰਬਾ ਉਹਨਾਂ ਦੇ ਕੋਲ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਹਿਣ ਦਾ ਤਜਰਬਾ ਉਹਨਾਂ ਦੇ ਕੋਲ। ਪਰ ਜੇ ਕੋਈ ਆਖੇ ਕਿ ਜਾਖੜ ਸਾਹਿਬ ਪ੍ਰਧਾਨ ਬਣ ਗਏ, ਸੌਖਾ ਨਹੀਂ ਸੰਧਾਲੀਆ ਸਾਹਿਬ। ਨਹੀਂ ਜੀ, ਇੱਕ ਜੀ ਮੈਂ ਬੇਨਤੀ ਕਰਾਂ ਇੱਥੇ, ਦੇਖੋ ਇੱਕ ਗੱਲ ਤੇ ਹੈਗੀ ਆ ਵੀ ਜਿੱਦਾਂ ਤੁਸੀਂ ਕਿਹਾ ਨਾ ਕਿ ਵੀ ਸਾਲ ਜਿਹੜਾ ਉਹਦਾ ਹਿਸਾਬ ਕਿਤਾਬ ਹੈ ਵੀ ਹੈ ਨਾ, ਵੀ 1 ਸਾਲ ਦੇ ਵਿੱਚ ਕੋਈ ਬੰਦਾ ਆ ਕੇ ਤੇ ਪ੍ਰਧਾਨਗੀ ਤੱਕ ਚੱਲ ਗਿਆ। ਹੋ ਸਕਦਾ ਵੀ ਕੋਈ ਵੈਸੇ ਬੰਦਾ ਹੁੰਦਾ ਉਹ ਸਿਆਸਤ ਦੇ ਵਿੱਚ ਐਂਟਰੀ ਕਰਦਾ ਤੇ ਉਹ 1 ਸਾਲ ਦੇ ਵਿੱਚ ਇੱਥੇ ਪਹੁੰਚ ਜਾਂਦਾ, ਉਹ ਫਿਰ ਵੀ ਐਕਸੈਪਟੇਬਲ ਸੀ। ਹੁਣ ਤੁਸੀਂ ਦੇਖੋ ਵੀ ਜਿੰਨੇ ਆਪਾਂ ਜਾਖੜ ਸਾਹਿਬ ਜਾਂ ਜਾਖੜ ਸਾਹਿਬ ਦੇ ਪਿਤਾ ਜੀ ਦੀ ਸਿਆਸਤ ਵੀ ਆਪਾਂ ਲਾ ਲਈਏ, ਇੱਕ ਪਾਸੇ ਇੱਕ ਪਾਰਟੀ ਹੋਵੇ, ਉਸ ਪਾਰਟੀ 'ਚ ਲਗਾਤਾਰ ਕੰਮ ਕੀਤਾ ਹੋਵੇ, ਤੇ ਉਸ ਪਾਰਟੀ ਦੇ ਵਿੱਚ ਜੇ ਆਪਾਂ ਵਿਰੋਧ ਦੇ ਵਿੱਚ ਦੇਖਿਆ ਜਾਵੇ ਤੇ ਕਿਹੜੀ ਪਾਰਟੀ, ਉਹ ਬੀਜੇਪੀ। ਦਹਾਕਿਆਂ ਬੱਧੀ ਜਿਸ ਪਾਰਟੀ ਦੇ ਵਿਰੋਧ ਦੇ ਵਿੱਚ ਸਿਆਸਤ ਕੀਤੀ ਹੋਵੇ, ਅਖੀਰ ਉਸੇ ਪਾਰਟੀ 'ਚ 1 ਸਾਲ ਪਹਿਲਾਂ ਜਾ ਕੇ ਤੇ ਅਖੀਰ ਬੰਦਾ ਪ੍ਰਧਾਨਗੀ ਤੱਕ ਪਹੁੰਚੇ। ਵਾਕਈ ਗੱਲ ਵੱਡੀ। ਤੇ ਇਹ ਫੈਸਲਾ ਬੀਜੇਪੀ ਨੇ ਕਿਉਂ ਲਿਆ, ਕਿਵੇਂ ਲਿਆ, ਕਿਹੜੀ ਜਮ੍ਹਾਂ ਘਟਾਓ ਕੀਤੀ, ਇਹ ਵਾਕਈ ਸਾਰਿਆਂ ਨੂੰ ਹੈਰਾਨ ਕਰਦਾ। ਪਰ ਇੱਕ ਗੱਲ ਮੈਂ ਸੋਚਦਾ ਸੀਗਾ ਕਿ ਵੀ ਜਿਹੜੀ ਗੱਲ ਆਪਾਂ ਕੱਲ੍ਹ ਥੋੜ੍ਹੀ ਜਿਹੀ ਕਰਦੇ ਸੀ ਕਿ ਯਾਰ ਇਹ ਨਹੀਂ ਹੈ ਕਿ ਵੀ ਉਸ ਉੱਧਰੋਂ ਐਲਾਨ ਹੋ ਗਿਆ ਤੇ ਫਟਾਫਟ ਤੁਸੀਂ ਕਹਿੰਦੇ ਵੀ ਉਹ ਜਿਹੜੇ ਅਸ਼ਵਨੀ ਸ਼ਰਮਾ ਸਾਹਿਬ ਉਹ ਬਾਅਦ 'ਚ ਕਹਿੰਦੇ ਨਹੀਂ ਮੈਂ ਤਾਂ ਨਹੀਂ ਅਜੇ ਕੋਈ ਦਿੱਤਾ ਅਸਤੀਫਾ, ਮੈਂ ਤਾਂ ਨਹੀਂ ਕੋਈ ਦਿੱਤਾ ਅਸਤੀਫਾ। ਆਪਾਂ ਕੱਲ੍ਹ 2 ਗੱਲਾਂ ਦੱਸੀਆਂ ਸੀ ਨਾ, ਵੀ ਇੱਕ ਗੱਲ ਹੈਗੀ ਆ ਵੀ ਯਾਰ ਉਹ ਬਣ ਚੱਲੇ, ਦੂਜੀ ਗੱਲ ਇਹ ਵੀ ਹੈਗੀ ਆ ਵੀ ਬਣ ਤੇ ਚੱਲੇ ਨੇ ਪਰ ਬ੍ਰੇਕਾਂ ਵਾਲੇ ਬੜੇ ਨੇ ਵੀ ਯਾਰ ਇਹ ਗੱਲ ਠੀਕ ਨਹੀਂ ਹੈਗੀ। ਹੁਣ ਦੇਖੋ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ ਵੀ ਯਾਰ ਇਹ ਜੱਗੋਂ 13ਵੀਂ ਗੱਲ ਹੋਈ, ਤੁਸੀਂ ਸ਼ਬਦ ਵਰਤਿਆ, ਉਹ ਜੱਗੋਂ 13ਵੀਂ ਜਿਹਨਾਂ ਨੂੰ ਲੱਗਦੀ ਸੀ, ਜਿਹੜੇ ਆਪਣੇ ਆਪ ਨੂੰ ਟਕਸਾਲੀ ਬੀਜੇਪੀ ਵਾਲੇ ਜਾਂ ਪੁਰਾਣੇ ਬੀਜੇਪੀ ਵਾਲੇ ਜਾਂ ਸੰਗਠਨ ਦੇ RSS ਦੇ ਹੋਰ ਬੰਦੇ ਜਿਹੜੇ ਕਹਿੰਦੇ ਸੀ ਯਾਰ ਅਸੀਂ ਕਦੋਂ ਤੋਂ ਨਾਲ ਤੁਰੇ ਹਾਂ, ਉਹਨਾਂ ਦੀ ਕੋਈ ਵਕਤ ਨਹੀਂ। ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚੋਂ ਜਿਹੜਾ ਉਹ ਰੋਸ ਵਾਲੀ ਲਹਿਰ ਆ ਉਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਤੰਗ ਕਰੇ। ਇਹ ਥੋੜ੍ਹੀ ਜਿਹੀ ਤੰਗ ਕਰੂਗੀ ਸੰਧਾਲੀਆ ਸਾਹਿਬ। ਤੁਸੀਂ ਦੇਖੋ ਕਿ ਜਿਸ ਅਬੋਹਰ ਵਿਧਾਨ ਸਭਾ ਹਲਕੇ ਤੋਂ ਜਾਖੜ ਸਾਹਿਬ ਲਗਾਤਾਰ 3 ਵਾਰ MLA ਬਣੇ ਸੀ, ਉਸੇ ਅਬੋਹਰ ਹਲਕੇ ਤੋਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਇੱਕ ਉਮੀਦਵਾਰ ਨੇ ਹਰਾਇਆ ਸੀ, ਉਹਨਾਂ ਦਾ ਨਾਮ ਹੈ ਅਰੁਣ ਨਾਰੰਗ। ਉਹ ਜਾਖੜ ਸਾਹਿਬ ਨੂੰ ਹਰਾ ਕੇ ਭਾਰਤੀ ਜਨਤਾ ਪਾਰਟੀ ਦੇ MLA ਬਣੇ। ਚਲੋ ਐਤਕੀ ਉਹ ਹਰ ਗਿਆ ਸੰਦੀਪ ਜਾਖੜ, ਜਾਖੜ ਸਾਹਿਬ ਦੇ ਭਤੀਜੇ ਤੋਂ ਹੀ।
ਸਭ ਤੋਂ ਪਹਿਲਾ ਰੋਸਾ ਉਹਨਾਂ ਦਾ, ਉਹ ਕਹਿੰਦੇ ਬੀਜੇਪੀ ਦੇ ਵਿੱਚ ਸਾਨੂੰ ਸਿਖਾਇਆ ਗਿਆ ਕਿ ਪਾਰਟੀ ਦੇ ਲਈ ਕੰਮ ਕਰਨਾ, ਹੀਲ ਹੁੱਜਤ ਨਹੀਂ ਕਰਨੀ। ਮੈਂ ਬੀਜੇਪੀ ਦਾ ਮੈਂਬਰ ਹਾਂ, ਮੈਂਬਰ ਰਹੂੰਗਾ, ਅਹੁਦੇ ਸਾਰੇ ਛੱਡੇ। ਉਹ ਕਹਿੰਦੇ ਕੋਈ ਰੋਸਾ ਹੀ ਨਹੀਂ ਸੀ। ਤੁਸੀਂ ਜਾਖੜ ਸਾਹਿਬ ਨੂੰ ਮੰਤਰੀ ਬਣਾ ਦਿਓ, ਤੁਸੀਂ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਾ ਦਿਓ, ਕੁਛ ਵੀ ਬਣਾ ਦਿਓ, ਪਰ ਪਾਰਟੀ ਪ੍ਰਧਾਨ ਨਹੀਂ ਸੀ ਬਣਾਉਣਾ ਚਾਹੀਦਾ। ਉਹ ਕਹਿੰਦੇ ਜੀ ਸਾਨੂੰ 40-40 ਸਾਲ ਹੋ ਗਏ ਦਰੀਆਂ ਝਾੜਦਿਆਂ ਨੂੰ, ਤੇ ਤੁਸੀਂ ਸਾਡੇ ਲਈ ਤਾਂ ਕੀ ਦੇਖਣਾ ਸੀ, ਕਿਸੇ ਹੋਰ ਲਈ ਕੀ ਦੇਖਣਾ ਸੀ? ਤੁਸੀਂ ਨਵੇਂ ਬੰਦੇ ਨੂੰ ਆਣ ਕੇ ਪਾਰਟੀ ਦਾ ਪ੍ਰਧਾਨ ਬਣਾਤਾ। ਉਹਨਾਂ ਨੂੰ ਬੇਸਿਕ ਹੀ ਨਹੀਂ ਪਤਾ ਕਹਿੰਦੇ ਪਾਰਟੀ ਦੇ। ਇਹ ਗੱਲ ਜਿਹੜੀ ਮੈਨੂੰ ਲੱਗਦਾ ਵੀ ਸ਼ੁਰੂ ਹੋਈ ਹੈ ਨਾ, ਇਹ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਵਧੇ। ਹੁਣ ਹੋ ਸਕਦਾ ਕਿਸੇ ਬੰਦੇ ਨੂੰ ਲੱਗਦਾ ਯਾਰ ਅਰੁਣ ਨਾਰੰਗ ਕੋ ਉਧਰੋਂ, ਅੱਛਾ ਉਧਰੋਂ ਉਹਨਾਂ ਦਾ ਹਲਕਾ ਸੀ, ਬੰਦਾ ਅਸਤੀਫਾ ਦੇ ਗਿਆ, ਉਹ ਆਪਾਂ ਚੇਤਾ ਕਰੀਏ ਵੀ ਅਰੁਣ ਨਾਰੰਗ ਕੌਣ ਆ। ਹੁਣ ਲੋਕਾਂ ਨੂੰ ਯਾਦ ਹੋਣਾ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤੇ ਉਦੋਂ ਬੀਜੇਪੀ ਦਾ ਬਹੁਤ ਵਿਰੋਧ ਹੁੰਦਾ ਸੀ। ਮੇਰਾ ਖਿਆਲ ਇੱਕੋ ਇੱਕ ਪੂਰੇ ਦੇਸ਼ ਦੇ ਵਿੱਚ ਇੱਕੋ ਇੱਕ ਘਟਨਾ ਸੀ ਵੀ ਬੀਜੇਪੀ ਦੇ ਕਿਸੇ ਲੀਡਰ ਦੀ ਕਿਸਾਨਾਂ ਨਾਲ ਝੜਪ ਹੁੰਦੀ ਹੈ ਜਾਂ ਕਿਸਾਨਾਂ ਦਾ ਉਹਦੇ ਵਿੱਚ ਰੋਸ ਹੁੰਦਾ, ਤੇ ਉਦੋਂ ਇਸ ਚੀਜ਼ ਦਾ ਰੌਲਾ ਪੈਂਦਾ ਵੀ ਬੀਜੇਪੀ ਦੇ ਲੀਡਰ ਦੀ ਸ਼ਰੇ ਬਾਜ਼ਾਰ ਕੁੱਟਮਾਰ ਕੀਤੀ ਗਈ, ਕੱਪੜੇ ਪਾੜੇ ਗਏ ਤੇ ਭੱਜ ਕੇ ਉਹ ਬੰਦਾ ਆਪ ਗਿਆ, ਜਾਂ ਕਹ ਲਓ ਕਿ ਪੁਲਿਸ ਵਾਲਿਆਂ ਨੇ ਇੱਕ ਦੁਕਾਨ ਦਾ ਸ਼ਟਰ ਚੁੱਕ ਕੇ ਅੰਦਰ ਵਾੜ ਕੇ ਤੇ ਫਿਰ ਜਾਨ ਬਚਾਈ ਸੀ ਬੰਦੇ ਦੀ। ਉਹ ਬੰਦਾ ਅਰੁਣ ਨਾਰੰਗ। ਹੁਣ ਗੱਲ ਤੇ ਠੀਕ ਹੈ, ਬੰਦੇ ਦਾ ਰੋਸਾ ਤੇ ਆਪਣੀ ਥਾਂ ਤੇ ਜਾਇਜ਼ ਹੈ ਵੀ ਅਸੀਂ ਮਹਾਰਾਜ ਉਦੋਂ ਤੁਸੀਂ ਕਹਿੰਦੇ ਸੀ ਵੀ ਖੇਤੀ ਕਾਨੂੰਨ ਸਹੀ ਨੇ, ਅਸੀਂ ਕਹਿੰਦੇ ਫਿਰਦੇ ਸੀ ਖੇਤੀ ਕਾਨੂੰਨ ਸਹੀ ਨੇ, ਵੀ ਤੁਹਾਡਾ ਕਰਕੇ ਕੁੱਟ ਖਾਧੀ, ਨੰਗੇ ਹੋ ਕੇ ਬੇਇੱਜ਼ਤੀ ਕਰਾਈ, ਤੇ ਸਾਡੀ ਬੁੱਕ ਤੇ ਕੋਈ ਨਹੀਂ, ਹੁਣ ਅਸੀਂ ਪ੍ਰਧਾਨ ਜੀ ਕਿਸੇ ਹੋਰ ਨੂੰ ਕਵਾਂਗੇ। ਉਹਨਾਂ ਨੇ ਪਿਛਲੇ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਤੇ ਵੀ ਰੋਸਾ ਕੀਤਾ। ਉਹ ਕਹਿੰਦੇ ਜੀ ਪੁੱਛਿਆ ਹੀ ਨਹੀਂ ਉਹਨਾਂ ਨੇ ਪੁਰਾਣੇ ਬੰਦਿਆਂ ਨੂੰ, ਅਸੀਂ ਕੀ ਕੁਛ ਨਹੀਂ ਕੀਤਾ ਕਹਿੰਦੇ ਪਾਰਟੀ ਦੇ ਲਈ, ਪਰ ਕੋਈ ਪੁੱਛਗਿੱਛ ਨਹੀਂ ਕੀਤੀ। ਕਹਿੰਦੇ ਜੇ ਪਿਛਲੇ ਪ੍ਰਧਾਨ ਨੇ ਪੁੱਛਗਿੱਛ ਕੀਤੀ ਹੁੰਦੀ ਨਾ ਤੇ ਅੱਜ ਆ ਨੌਬਤ ਨਹੀਂ ਸੀ ਆਉਣੀ। ਚਲੋ, ਅਰੁਣ ਨਾਰੰਗ ਆਪਣੇ ਹਲਕੇ ਤੋਂ ਬਾਹਰ ਜਾਣੇ ਜਾਂਦੇ ਲੀਡਰ ਨਹੀਂ ਹੈਗੇ। ਉਹ ਪਾਰਟੀ 'ਚ ਰਹਿੰਦੇ ਆ, ਨਹੀਂ ਰਹਿੰਦੇ, ਘਰੇ ਰਹਿੰਦੇ, ਐਕਟਿਵ ਰਹਿੰਦੇ ਆ, ਨਹੀਂ ਐਕਟਿਵ ਰਹਿੰਦੇ, ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਨੂੰ ਕੋਈ ਫਰਕ ਪੈਣ ਲੱਗਾ। ਪਰ ਚਲੋ ਰੋਸਾ ਤਾਂ ਰੋਸਾ ਹੁੰਦਾ। ਹੁਣ ਜਾਖੜ ਸਾਹਿਬ ਦੇ ਲਈ ਚੁਣੌਤੀ ਕੀ ਹੈ? ਸੰਧਾਲੀਆ ਸਾਹਿਬ ਦੇਖੋ, ਜਾਖੜ ਸਾਹਿਬ ਦੇ ਬਾਰੇ ਮੰਨਿਆ ਜਾਂਦਾ ਕਿ ਮੈਨੂੰ ਯਾਦ ਆ ਕਿ ਡੇਢ ਸਾਲ ਲਈ ਪੁਰਾਣੀ ਗੱਲ ਮਸਾਂ ਹੋਣੀ ਹੈ, ਜਦੋਂ ਸਿੱਧੂ ਸਾਹਿਬ ਨੂੰ ਕਾਂਗਰਸ ਦੇ ਪ੍ਰਧਾਨ ਬਣਾਇਆ ਗਿਆ ਸੀ ਤੇ ਜਾਖੜ ਸਾਹਿਬ ਦੀ ਥਾਂ ਬਣਾਇਆ ਗਿਆ ਸੀ। ਜਾਖੜ ਸਾਹਿਬ ਸਟੇਜ ਤੇ ਬੈਠੇ, ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਸਿੱਧੂ ਸਾਹਿਬ ਬੈਠੇ, ਤੇ ਜਾਖੜ ਸਾਹਿਬ ਨੇ ਉਦੋਂ ਆਪਣੇ ਭਾਸ਼ਣ ਦੇ ਵਿੱਚ ਕਈ ਗੱਲਾਂ ਕਹੀਆਂ। ਰੋਸਾ ਨਹੀਂ ਕੀਤਾ, ਬੰਦੇ ਦੀ ਪ੍ਰਧਾਨਗੀ ਜਾਣ ਡਈ, ਰੋਸਾ ਥੋੜ੍ਹੀ ਕੀਤਾ। ਇਹਦੇ ਤੋਂ ਇਲਾਵਾ ਫਿਰ ਤੁਸੀਂ ਦੇਖੋ, ਜਦੋਂ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ, ਇਹ ਜਾਖੜ ਸਾਹਿਬ ਕਈ ਵਾਰ ਕਹਿ ਚੁੱਕੇ ਕਿ ਬਹੁਤੇ ਕਾਂਗਰਸ ਦੇ ਐਮਐਲਏ ਮੇਰੇ ਹੱਕ 'ਚ ਸੀ, ਪਰ ਇਹਨਾਂ ਨੇ ਚੰਨੀ ਨੂੰ ਬਣਾਇਆ, ਜਾਣਬੁੱਝ ਕੇ ਬਣਾਇਆ, ਜਾਂ ਅੰਬਿਕਾ ਸੋਨੀ ਦਾ ਜੋ ਵੀ ਚੈਪਟਰ ਚੱਲਿਆ। ਹੁਣ ਜਾਖੜ ਸਾਹਿਬ ਦੇ ਲਈ ਚੁਣੌਤੀ ਅਗਲਾ 1 ਸਾਲ। ਬੀਜੇਪੀ ਨੇ ਆਪਣੀ ਲੀਹ ਤੋੜ ਕੇ, ਆਪਣਾ ਨਵਾਂ ਰਾਹ ਕੱਢ ਕੇ, ਆਪਣੀਆਂ ਰਵਾਇਤਾਂ ਤੋਂ ਉਲਟ 1 ਸਾਲ ਪਹਿਲਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਬੰਦੇ ਨੂੰ ਪ੍ਰਧਾਨ ਇਸ ਕਰਕੇ ਬਣਾਇਆ ਕਿਉਂਕਿ ਲੋਕ ਸਭਾ ਦੀਆਂ ਚੋਣਾਂ 'ਚ ਪੰਜਾਬ 'ਚੋਂ ਪ੍ਰਾਪਤੀ ਚਾਹੁੰਦੇ ਆ। ਤੇ ਉਹ ਪ੍ਰਾਪਤੀ ਕਿੱਦਾਂ ਕਰਨੀ ਹੈ? ਕਿਉਂਕਿ ਜਾਖੜ ਸਾਹਿਬ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਤਾ ਕੀ ਹੈ? ਜਿਹੜੀਆਂ 2 ਸੀਟਾਂ ਉਹਨਾਂ ਨੇ ਜਿੱਤੀਆਂ ਹੋਈਆਂ ਭਾਜਪਾ ਨੇ, ਹੁਸ਼ਿਆਰਪੁਰ ਵਾਲੀ ਤੇ ਗੁਰਦਾਸਪੁਰ ਵਾਲੀ। ਹੁਣ ਮੈਨੂੰ ਨਹੀਂ ਪਤਾ ਗੁਰਦਾਸਪੁਰ ਤੋਂ ਪ੍ਰਦਰਸ਼ਨ ਕਿੱਦਾਂ ਦਾ ਰਹੂਗਾ, ਪਰ ਜਿੱਦਾਂ ਦਾ ਸਨੀ ਦਿਓਲ ਨਲਕਾ ਪੱਟ ਕੇ ਵੋਟਾਂ ਵਾਲਾ ਉੱਥੋਂ ਲੈ ਗਿਆ ਤਾਂ ਮੁੜ ਗਿਆ ਹੀ ਨਹੀਂ। ਕਿਉਂਕਿ ਹੋਵੇ ਨਾ ਮਿਸਤਰੀ, ਆ ਜੀ ਇਹਨੂੰ ਟਾਂਕਾ ਲਵਾਉਣਾ ਪੈਣਾ, ਮੈਂ ਪੈਪ ਮਾੜੀ ਜਿਹਾ ਬੋਰ ਦੇ ਵਿੱਚੋਂ ਪੱਟ ਲਿਆ ਤੇ ਮੈਂ ਕੱਲ੍ਹ ਨੂੰ ਲੈ ਕੇ ਉਹਨਾਂ ਤੋਂ ਮੁੜ ਕੇ ਵੜੇ ਹੀ ਨਾ। ਸੁਨੀਲ ਜਿਹੜਾ ਜਾਖੜ ਸਾਹਿਬ ਦੇ ਸਾਹਮਣੇ ਸਨੀ ਦਿਓਲ ਦੁਆਰਾ ਗੁਰਦਾਸਪੁਰ ਦੇ ਵਿੱਚ ਕੰਮ ਨਾ ਕਰਨਾ, ਸਰਗਰਮ ਨਾ ਰਹਿਣਾ, ਉਹ ਇੱਕ ਸੀਟ ਭਾਜਪਾ ਦੇ ਹੱਥੋਂ ਤਕਰੀਬਨ ਜਾ ਚੁੱਕੀ ਹੈ, ਇਹ ਮੰਨਣਾ ਪਊਗਾ। ਹੁਣ ਇਹਦੇ ਤੋਂ ਇਲਾਵਾ ਹੁਸ਼ਿਆਰਪੁਰ ਵਾਲੀ ਸੀਟ ਜਿਹੜੀ ਹੈ, ਕਿਉਂਕਿ ਉੱਥੋਂ ਤਾਂ ਖੁਦ ਮੰਤਰੀ ਨੇ ਜਿਹੜੇ ਕੈਂਥ ਸਾਹਿਬ ਨੇ, ਸੋਮ ਪ੍ਰਕਾਸ਼ ਕੈਂਥ, ਉਹਨਾਂ ਦਾ ਕੰਮ ਕਿੱਦਾਂ ਦਾ, ਤੇ ਇਹਦੇ ਤੋਂ ਇਲਾਵਾ ਬਾਕੀ ਸੀਟਾਂ ਦੇ ਉੱਤੇ ਹਾਲਾਤ ਕੀ ਰਹਿਣਗੇ, ਬਠਿੰਡਿਓਂ ਕੀ ਬਣੂਗਾ, ਜਿਸ ਫਾਜ਼ਿਲਕਾ ਹਲਕੇ ਦੇ ਵਿੱਚ ਖੁਦ ਅਬੋਹਰ ਪੈਂਦਾ ਜਾਖੜ ਸਾਹਿਬ ਦਾ, ਉੱਥੇ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਕੀ ਰਹੂਗੀ। ਜਾਣੀ ਅੱਜ ਜਾਖੜ ਸਾਹਿਬ ਪ੍ਰਧਾਨ ਨੇ, ਅੱਜ ਗੁਲਦਸਤੇ ਮਿਲ ਰਹੇ ਆ, ਅੱਜ ਸਾਰਾ ਕੁਝ ਹੋ ਰਿਹਾ ਹੈ, ਪਰ ਸਾਲ ਬਾਅਦ ਇੱਕ ਪੇਪਰ ਹੋਣਾ, ਪੇਪਰ ਦੇ ਵਿੱਚ ਵੋਟਾਂ ਦੀ ਗਿਣਤੀ ਹੋਣੀ ਆ ਕਿ ਲੋਕ ਸਭਾ ਹਲਕਾ ਆ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਦੀਆਂ ਵੋਟਾਂ ਇੰਨੀਆਂ ਤੇ ਭਾਜਪਾ ਦੀਆਂ ਕਿੰਨੀਆਂ ਜਿੱਤੇ, ਉਹ ਕਿੰਨੇ % ਵੋਟਾਂ ਲਈਆਂ, ਉਹ ਹਿਸਾਬ ਦੇਣ ਦੇ ਲਈ ਜਾਖੜ ਸਾਹਿਬ ਦੇ ਸਾਹਮਣੇ ਇੱਕ ਬਹੁਤ ਕਠਿਨ ਰਸਤਾ, ਔਖਾ ਰਸਤਾ। ਪਰ ਇੱਕ ਚੀਜ਼ ਮੈਂ ਇੱਥੇ ਹੋਰ ਕਹਿ ਦਿਆਂ, ਇੱਕ ਸਮੱਸਿਆ ਜਾਖੜ ਸਾਹਿਬ ਦੇ ਲਈ ਹੋਰ ਹੋਣੀ ਹੈ, ਯੂਨੀਫਾਰਮ ਸਿਵਲ ਕੋਡ ਵਾਲੀ। ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਫ਼ ਕਹਿੰਦੀ ਹੈ ਕਿ ਅਸੀਂ ਉਹ ਲਾਗੂ ਕਰਨਾ ਹੈ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਿਹਾ, ਕੁਝ ਹੋਰ ਧਿਰਾਂ ਵਿਰੋਧ ਕਰ ਸਕਦੀਆਂ। ਅੱਜ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ, ਆਪਾਂ ਅੱਗੇ ਜਾ ਕੇ ਸਾਂਝੀ ਕਰਾਂਗੇ। ਯਾਨੀ ਪੰਜਾਬ ਦੇ ਵਿੱਚ ਜਾਖੜ ਸਾਹਿਬ ਉਸ ਮੁੱਦੇ ਨੂੰ ਲੋਕਾਂ 'ਚ ਕਿਵੇਂ ਲਾ ਕੇ ਜਾਣਗੇ, ਜਸਟੀਫਾਈ ਕਿਵੇਂ ਕਰਨਗੇ, ਲੋਕਾਂ ਦਾ ਯਕੀਨ ਤੇ ਵਿਸ਼ਵਾਸ ਕਿੱਦਾਂ ਜਿੱਤਣਗੇ। ਮੈਨੂੰ ਲੱਗਦਾ ਸੀ ਕਿ ਉਹਨਾਂ ਨੂੰ ਪ੍ਰਧਾਨਗੀ ਦੇਣ ਦੇ ਨਾਲ ਇੱਕ ਕਈ ਵੀ ਫੜਾਤੀ ਗਈ, ਇੱਕ ਭਾਈ ਆੜ ਲੰਬੀ ਆ ਘਟਣ ਵਾਲੀ। ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਗੱਲ ਮੇਰਾ ਖਿਆਲ ਅਜੇ ਨਹੀਂ ਧਿਆਨ ਕਿਹਾ ਕਿਸੇ ਦਾ, ਆਪਾਂ ਜ਼ਰੂਰ ਉਹ ਵੀ ਕਚਹਿਰੀ 'ਚ ਰੱਖ ਦਈਏ, ਉਹ ਇਹ ਵੀ ਪਿਛਲੇ ਦਿਨੀ ਬੜਾ ਇਸ ਚੀਜ਼ ਦਾ ਰੌਲਾ ਪਿਆ, ਬਈ ਛੇਤੀ ਗੱਲ ਬਣ ਜਾਣੀ ਹੈ, ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਹੁੰਦੀਆਂ। ਤੇ ਰਾਜਨਾਥ ਸਿੰਘ ਦਾ ਜਦੋਂ ਪਿਛਲੇ ਦਿਨੀ ਦੌਰਾ ਸੀ ਚੰਡੀਗੜ੍ਹ ਵਾਲੇ ਪਾਸੇ ਦਾ, ਉਹ ਵੀ ਜਾਂਦੇ ਜਾਂਦੇ ਕਹਿ ਗਏ ਸੀ, ਉਹ ਕਹਿੰਦੇ ਵੀ ਬਹੁਤ ਪਿਆਰ ਸੀ ਬਾਦਲ ਸਾਹਿਬ ਦੇ ਨਾਲ, ਗੱਠਜੋੜ ਰਵੇ ਨਾ ਰਵੇ, ਸਤਿਕਾਰ ਅਸੀਂ ਪੂਰਾ ਕਰੀਦਾ।
ਉਹਨਾਂ ਗੱਲਾਂ ਤੋਂ ਵੀ ਬੜੇ ਕਿਆਫੇ ਲੱਗੇ ਸੀ ਇਸ ਚੀਜ਼ ਦੇ ਵੀ ਯਾਰ ਵੋਟਾਂ ਦੇ ਲਾਗੇ ਬੰਨੇ ਜਾ ਕੇ ਤੇ ਸਾਂਝ ਪੈ ਜਾਂਦੀ ਹੁੰਦੀ ਹੈ। ਹੁਣ ਆਪਾਂ ਉਦੋਂ ਤੇ ਸਿਰਫ ਇਹ ਗੱਲ ਕਰਦੇ ਹੁੰਦੇ ਸੀ ਵੀ ਯਾਰ ਸਟੇਜ ਦੇ ਉੱਪਰ ਲੀਡਰ ਬੈਠੇ ਹੋਣਗੇ, ਕੈਪਟਨ ਸਾਹਿਬ ਹੋਣਗੇ, ਬਾਕੀ ਹੋਣਗੇ, ਤੇ ਕੀ ਅਕਾਲੀ ਦਲ ਵੀ ਨਾਲ ਬਰਾਬਰ ਤੇ ਸੀਟ ਬੈਠਾ ਹੋਊਗਾ। ਹੁਣ ਤੁਸੀਂ ਦੇਖੋ ਵੀ ਜਾਖੜ ਸਾਹਿਬ ਪ੍ਰਧਾਨ ਨੇ, ਜੇ ਕੱਲ੍ਹ ਨੂੰ ਗੱਠਜੋੜ ਹੁੰਦਾ ਤੇ ਹੱਥ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਮਿਲਾਉਣਾ ਪੈਣਾ, ਕਿਉਂਕਿ ਉੱਧਰੋਂ ਉਹ ਪ੍ਰਧਾਨ ਨੇ। ਹੁਣ ਜੇ ਇੱਦਾਂ ਹੁੰਦਾ, ਪਹਿਲੀ ਗੱਲ ਤੇ ਬੀਜੇਪੀ ਕਲੀਅਰ ਕਰ ਚੁੱਕੀ ਹੈ ਵੀ ਅਸੀਂ ਗੱਠਜੋੜ ਕਿਸੇ ਨਾਲ ਕਰਨਾ ਨਹੀਂ ਹੈ। ਮੈਨੂੰ ਲੱਗਦਾ ਵੀ ਪ੍ਰਧਾਨ ਬਣਾਉਣ ਤੋਂ ਬਾਅਦ ਸੁਨੀਲ ਜਾਖੜ ਸਾਹਿਬ ਨੂੰ ਉਹਨਾਂ ਲਗਭਗ ਹੋਰ ਕਲੀਅਰ ਕਰਤਾ ਵੀ ਸਾਨੂੰ ਗੱਠਜੋੜ ਦੀ ਲੋੜ ਕੋਈ ਨਹੀਂ। ਪਰ ਵੈਸੇ ਮੈਂ ਗੱਲ ਸੋਚਦਾ ਵੀ ਜੇ ਕਿਤੇ, ਕਿਉਂਕਿ ਜਾਖੜ ਸਾਹਿਬ ਪ੍ਰਧਾਨ ਹੋਣਗੇ ਵੀ ਕਦੀ ਕਿਸੇ ਨੇ ਸੋਚਿਆ ਥੋੜ੍ਹਾ ਸੀ, ਤੇ 2024 ਤੱਕ ਜਾਂਦਿਆਂ ਕਿਹੜੀ ਪਾਰਟੀ ਦਾ ਕਿਹਦੇ ਨਾਲ ਗੱਠਜੋੜ ਹੋਊਗਾ ਇਹ ਵੀ ਆਪਾਂ ਹੁਣ ਨਹੀਂ ਕਹਿ ਸਕਦੇ। ਪਰ ਜੇ ਕਿਤੇ ਉਹ ਵਕਤ ਵੀ ਆ ਗਿਆ ਵੀ ਜਾਖੜ ਸਾਹਿਬ ਪ੍ਰਧਾਨ ਹੋਣ ਉੱਧਰੋਂ ਤੇ ਉੱਧਰੋਂ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਹੋਣ, ਤੇ ਵੱਡੀ ਰੈਲੀ ਉਹ ਵੀ ਕਿਤੇ ਮਾਲਵੇ 'ਚ ਕਰਨੀ ਪਵੇ ਤੇ ਕਿਤੇ ਸਟੇਜ ਸਾਂਝੀ ਕਰਨੀ ਪਵੇ, ਉਦੋਂ ਫਿਰ ਇੱਕ ਦੂਜੇ ਦੀਆਂ ਤਾਰੀਫਾਂ ਕਰਨੀਆਂ ਬੜੀਆਂ ਔਖੀਆਂ ਹੋ ਜਾਣੀਆਂ। ਮੈਨੂੰ ਦੋ ਹੱਲ ਲੱਗਦੇ ਉਹਦੇ। ਪਹਿਲਾ ਹੱਲ ਤਾਂ ਜਿਹੜਾ ਸਧਾਰਨ ਹੱਲ ਹੈ ਕਿ ਜੇ ਜਿਹੜਾ ਦੁਸ਼ਯੰਤ ਚੌਟਾਲਾ ਭਾਜਪਾ ਦੇ ਖਿਲਾਫ ਚੋਣ ਲੜ ਕੇ ਮੁੜ ਕੇ ਉਹਨਾਂ ਦੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਬਣ ਸਕਦਾ, ਤੇ ਜਾਖੜ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਕਿਉਂ ਨਹੀਂ ਹੋ ਸਕਦੇ। ਦੂਸਰੀ ਗੱਲ, ਜੇ ਰਾਤੋਂ ਰਾਤ ਅਜੀਤ ਪਵਾਰ ਜਾ ਕੇ ਭਾਜਪਾ ਦੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਬਣ ਸਕਦਾ, ਤੇ ਇਹ ਦੋਵੇਂ ਇਕੱਠੇ ਕਿਉਂ ਨਹੀਂ ਹੋ ਸਕਦੇ। ਜੇ ਨਿਤਿਸ਼ ਕੁਮਾਰ ਵਰਗਾ ਲੀਡਰ ਆ ਪਿਛਲੇ 20 ਸਾਲਾਂ ਦੇ ਵਿੱਚ 5 ਛੜੱਪੇ ਮਾਰ ਕੇ ਹਰ ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਸਕਦਾ, ਤੇ ਇੱਧਰਲੇ ਪਾਸੇ ਕਿਉਂ ਨਹੀਂ ਹੋ ਸਕਦਾ। ਜੇ ਮਨਪ੍ਰੀਤ ਸਿੰਘ ਬਾਦਲ ਹੋਰੀ ਪੰਜਾਬ ਦੇ ਵਿੱਚ ਭਾਜਪਾ ਜੀ ਨੇ, ਅੱਜ ਕੱਲ੍ਹ ਮੈਂ ਵੀ ਕਿ ਚੇਤਾ ਕਰਾ ਦਿਆਂ, ਖਟਕੜ ਕਲਾਂ ਦੀ ਧਰਤੀ ਤੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਬਰਾਬਰ ਕੋਸ ਕੇ ਤੇ ਮੁੜ ਕੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਵਿੱਤ ਮੰਤਰੀ 5 ਸਾਲ ਰਹਿ ਸਕਦੇ ਆ, ਤੇ ਇੱਧਰਲੇ ਪਾਸੇ ਗੱਲ ਕਿਉਂ ਨਹੀਂ ਬਣ ਸਕਦੀ। ਯਾਨੀ ਇਹ ਇੱਕ ਮਸਲਾ ਨਹੀਂ ਹੈ। ਜੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਵੱਖਰੀ ਪਾਰਟੀ ਬਣਾ ਕੇ ਭਾਜਪਾ ਦੇ ਨਾਲ ਗੱਠਜੋੜ ਕਰ ਸਕਦੇ ਆ ਕਿਸਾਨ ਅੰਦੋਲਨ ਤੋਂ ਬਾਅਦ, ਤਾਂ ਕੰਮ ਕੁਝ ਵੀ ਹੋ ਸਕਦਾ। ਪਰ ਮੈਂ ਇੱਕ ਹੋਰ, ਮੈਨੂੰ ਨਹੀਂ ਲੱਗਦਾ ਇਦਾਂ ਹੋਵੇਗਾ। ਪਰ ਰਾਜਨੀਤੀ ਹੈ, ਜ਼ਰੂਰੀ ਥੋੜੀ ਹੈ ਕਿ ਭਾਈ ਜੇ ਅਕਾਲੀ ਦਲ ਦੇ ਕਿਸੇ ਧੜੇ ਦੇ ਨਾਲ ਗੱਠਜੋੜ ਹੁੰਦਾ ਤੇ ਉਸ ਧੜੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਹੋਣ। ਕਿਉਂਕਿ ਜੇ ਵੈਸੇ ਹੀ ਗੱਲ ਹੈ ਕਿ ਜੇ ਮੈਂ ਇਹ ਭਾਜਪਾ ਦੀ ਗੱਲ, ਤੇ ਜੇ ਮਹਾਰਾਸ਼ਟਰ ਦੇ ਵਿੱਚ ਉਧਵ ਠਾਕਰੇ ਨੂੰ ਕਿੱਲੀ ਤੇ ਟੰਕੇ ਤੇ ਸ਼ਿਵ ਸੈਨਾ ਦਾ 85% ਧੜਾ ਭਾਰਤੀ ਜਨਤਾ ਪਾਰਟੀ ਆਪਣੇ ਨਾਲ ਜੋੜ ਸਕਦੀ, ਕਦੇ ਕਿਸੇ ਸੋਚਿਆ ਸੀ। ਤੇ ਜੇ ਹੁਣ ਸ਼ਰਦ ਪਵਾਰ ਹੋਰਾਂ ਨੂੰ ਉਹ ਕਹਿੰਦੇ ਹੁੰਦੇ ਕਿ ਭਾਈਆ ਮੰਜੀ ਤੇ ਬੈਠ ਦੋ ਹੁਣ ਯਾਰ, ਜੇ ਸ਼ਰਦ ਪਵਾਰ ਨੂੰ ਮੰਜੀ ਤੇ ਬਿਠਾ ਕੇ ਤੇ ਕੁਰਸੀਆਂ ਦੇ ਉੱਤੇ ਕੋਈ ਹੋਰ ਬੰਦੇ ਬਿਠਾ ਕੇ ਬੀਜੇਪੀ ਆਪਣੇ ਨਾਲ ਜੋੜ ਸਕਦੀ ਹੈ। ਪੰਜਾਬ ਕਿਤੇ ਭਾਰਤ ਦੇ ਨਕਸ਼ੇ ਤੋਂ ਬਾਹਰ ਹੈ ਜਾਂ ਪੰਜਾਬ ਦੀ ਲੀਡਰਸ਼ਿਪ ਬਾਕੀ ਪਾਸੇ ਦੀ ਖਬਰਾਂ ਨਹੀਂ ਪੜ੍ਹਦੇ? ਵੈਸੇ ਗੱਲ ਹੀ ਕੀਤੀ ਹੈ। ਨਹੀਂ, ਬਿਲਕੁਲ ਸਹੀ ਗੱਲ ਹੈ। ਪਰ ਮੈਨੂੰ ਲੱਗਦਾ ਵੀ ਹੁਣ ਜਾਖੜ ਸਾਹਿਬ ਚਲੋ ਅਕਾਲੀ ਦਲ ਤੇ ਆਵੇ ਨਾ ਆਵੇ, ਪਰ ਜਾਖੜ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਵਾਲੇ ਆਪਣੇ ਜੋੜ ਤੋੜ ਜ਼ਰੂਰ ਚੈੱਕ ਕਰਨ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਬੰਦੇ ਬਹੁਤ ਗਏ ਸੀ, ਤੇ ਗਏ ਉਦੋਂ ਉਹ ਸੀ, ਉਹਨਾਂ ਨੂੰ ਲੱਗਦਾ ਸੀ ਵੀ ਯਾਰ ਪਤਾ ਨਹੀਂ ਉੱਥੇ ਜਾ ਕੇ ਸਤਿਕਾਰ ਮਿਲਣਾ ਕਿ ਨਹੀਂ ਮਿਲਣਾ। ਹਾਲਾਂਕਿ ਰਾਜਾ ਵੜਿੰਗ ਸਾਹਿਬ ਐ ਜੀ ਪ੍ਰਧਾਨ ਬਥੇਰੀ ਕੋਸ਼ਿਸ਼ ਕਰ ਰਿਹਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਕੋਸ਼ਿਸ਼ ਕਰ ਰਿਹਾ ਵੀ ਜਿੰਨੇ ਕੁ ਬੰਦੇ ਆਪਾਂ ਹੈਗੇ ਆ ਆਪਾਂ ਸਰਵਾਈਵ ਕਰੀਏ, ਆਪਾਂ ਨਾਲ ਜੋੜੀਏ। ਪਿਛਲੇ ਦਿਨੀ ਆਪਾਂ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਬਿਆਨ ਵੀ ਸੁਣੇ ਵੀ ਜਿਹੜੇ ਕੱਚੇ ਸੀ ਸਭ ਚੱਲ ਗਏ ਆ, ਹੁਣ ਪੱਕੇ ਬੰਦੇ ਹੀ ਰਹਿ ਗਏ ਨੇ। ਤੇ ਮੈਨੂੰ ਇਹ ਸੀ ਵੀ ਉਹਨਾਂ ਪੱਕਿਆਂ ਦੇ ਵਿੱਚੋਂ ਜੇ ਕਿਤੇ ਉਧਰ ਵਾਲੇ ਪੱਕਿਆਂ ਨੇ ਕਹਿਤਾ, ਜਾਖੜ ਸਾਹਿਬ ਕਹਿਣ ਪਏ ਇੰਨੇ ਦਹਾਕੇ ਮੈਂ ਇਸੇ ਪਾਰਟੀ 'ਚ ਰਿਹਾ, ਇਹ ਹੁਣ ਲਗਭਗ ਡੁੱਬਦਾ ਜਹਾਜ਼ ਆ ਵੀਰ ਮੇਰੇ, ਮਾਰੋ ਛਾਲਾਂ ਤੁਸੀਂ, ਇੱਧਰ ਦੇਖੋ ਸਤਿਕਾਰ ਕਿੰਨਾ ਮਿਲਦਾ ਹੈ। ਹੁਣ ਇਸ ਉਦਾਹਰਨ ਐਗਜ਼ਾਮਪਲ ਨੂੰ ਵੇਖ ਕੇ ਕੱਲ੍ਹ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਕੋਈ ਬੰਦਾ ਉੱਧਰ ਜਾ ਵੜੇ, ਇਹਦੇ ਵੀ ਅਸਾਰ ਬਣ ਗਏ। ਸੋ ਜਿਹੜੀ ਖੇਡ ਕਹਿ ਲਓ ਕਿ ਬੀਜੇਪੀ ਨੇ ਖੇਡੀ, ਜਾਂਦੇ ਤਾਂ ਤੁਸੀਂ ਸ਼ਬਦ ਵਰਤਿਆ ਵੀ ਲੀਹ ਪਾੜ ਕੇ ਕੁਝ ਵੱਖਰਾ ਰਾਹ ਕੱਢਿਆ, ਉਹ ਵੱਖਰੇ ਰਾਹ 'ਚੋਂ ਕਹਿ ਲਓ, ਵੱਖਰੇ ਖਾਲ 'ਚੋਂ ਕਹਿ ਲਓ, ਪਾਣੀ ਕਿੰਨਾ ਕੁ ਵਗੂਗਾ ਇਹ ਆਉਣ ਵਾਲੇ ਦਿਨਾਂ ਨੇ ਦੱਸਣਾ। ਉਹਨਾਂ ਨੇ ਆਪਣੇ ਨੂੰ ਤਿਆਰੀ ਤੇ ਫੁੱਲ ਕਰ ਲਈ ਆ, ਪਰ ਜੇ ਇਹ ਮੰਨ ਲਓ ਉਹਨਾਂ ਦਾ ਦਾ ਠੀਕ ਬਹਿ ਗਿਆ, ਪਤਾ ਸਹੀ ਪੈ ਗਿਆ, ਤੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਸਿਆਸਤ ਕੁਛ ਹੋਰ ਹੋਵੇ। ਦੇਖੋ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੋਨਾਂ ਪਾਰਟੀਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਮਤ ਸੋਚੀ ਜਾਏ ਦੂਰਬੀਨ ਲਾ ਕੇ ਆਪਣੇ ਘਰ ਬੈਠੇ ਕਿ ਭਾਈ ਉੱਥੇ ਕੋਈ ਆੜ ਥੋੜ੍ਹੇ ਪਾਉਂਦਾ, ਇਹ ਪਤਾ ਨਹੀਂ ਅਗਲੇ ਨੇ ਅੰਡਰਗਰਾਊਂਡ ਕਰਾ ਲਿਆ। ਖਾਲ ਨਹੀਂ, ਹੁਣ ਤਾਂ ਪੈਪ ਹੀ ਚੱਲਦੇ ਨੇ, ਪੂਰੇ ਪਵਾ ਲੈਣੇ, ਇੱਕ ਵਾਰੀ ਮੋਗਾ ਹੀ ਖੋਲਣਾ ਮਾੜਾ ਜਿਹਾ।